ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 14ਵੀਂ ਤੇ ਪਦ 6ਵਾਂ ਵਿਚਾਰ ਕਰਨ ਜਾ ਰਹੇ ਹਾਂ। ਜਿਵੇਂ ਅਕਸਰ ਆਪਾਂ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਇੰਨਾ ਵਿਵੇਕ ਬੁੱਧ ਵਾਲਾ ਇਨਸਾਨ ਨਹੀਂ, ਇੰਨੇ ਗਿਆਨ ਵਾਲਾ ਪੁਰਸ਼ ਨਹੀਂ ਜਿਹੜਾ ਗੁਰੂ ਦੀ ਬਾਣੀ ਨੂੰ ਹੂ ਬਹੂ ਸਮਝ ਸਕੇ। ਜਿੰਨੀ ਉਹ ਸਮਝਾਉਂਦਾ ਓਨਾ ਪ੍ਰਾਣੀ ਸਮਝਦਾ, ਜਿੰਨਾ ਉਹ ਬੁਲਾਉਂਦਾ ਓਨਾ ਬੋਲਦਾ, ਅਤੇ ਜਿੰਨਾ ਸੁਣਾਉਂਦਾ ਓਨਾ ਸੁਣਦਾ। ਗੁਰੂ ਦੀ ਰਹਿਮਤ, ਗੁਰੂ ਦੀ ਮਿਹਰ ਨਾਲ ਹੀ ਸਿੱਖ ਚੱਲਦਾ, ਕੋਸ਼ਿਸ਼ ਕਰਦਾ ਉਹਦੀ ਕਿਰਪਾ ਦੇ ਨਾਲ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਇੱਕ ਅਥਾਹ ਸਮੁੰਦਰ ਹੈ, ਅੰਮ੍ਰਿਤ ਦਾ ਭਰਿਆ ਹੋਇਆ। ਇੱਕ ਇੱਕ ਅੱਖਰ ਇਨਸਾਨ ਨੂੰ ਮੋਕਸ਼ ਤੱਕ ਪਹੁੰਚਾਉਣ ਦੇ ਲਈ ਸਮਰੱਥ ਹੈ। 24,000 ਅੱਖਰ ਹਨ। ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ, ਇੱਕ ਆਰਜੀ ਇਨਸਾਨ ਨੂੰ, ਟੈਂਪਰੇਰੀ ਤੌਰ 'ਤੇ ਰਹਿਣ ਵਾਲੇ ਇਨਸਾਨ ਨੂੰ ਫਾਰ ਐਵਰ ਬਣਾਉਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੇ ਨਾਲ ਜੋੜਨ ਦਾ ਇੱਕ ਸੌਖਾ ਤਰੀਕਾ ਸਮਝਾਇਆ ਹੈ ਕਿ ਪ੍ਰਾਣੀ, ਜੇ ਤੂੰ ਆਪਣੀ ਜਿੱਦ ਛੱਡ ਦੇਵੇਂ, ਆਪਣੀ ਮੈਂ ਤੋਂ ਕਿਨਾਰਾ ਕਰ ਲਵੇਂ, ਤਾਂ ਸ਼ਾਖ ਸ਼ਾਖ ਤੂੰ ਉਹਦਾ ਰੂਪ ਬਣ ਜਾਵੇਗਾ। ਜਿੰਨੇ ਗੁਣ ਉਸ ਪਰਮੇਸ਼ਰ ਪਿਆਰੇ ਦੇ ਵਿੱਚ ਹਨ, ਸਾਰੇ ਦੇ ਸਾਰੇ ਤੈਨੂੰ ਉਹ ਲੁਟਾ ਦੇਵੇਗਾ। ਤੇਰੇ ਕੋਲੋਂ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ, ਉਹ ਲੈਂਦਾ ਹੈ ਹੀ ਨਹੀਂ। ਉਹਦਾ ਕਰਤੱਵਯ ਦੇਣਾ ਹੀ ਹੈ, ਵੰਡਣਾ ਹੀ ਹੈ, ਤੇ ਉਹ ਕਦੇ ਥੱਕਦਾ ਵੀ ਨਹੀਂ। 24 ਅਸ਼ਟਪਦੀਆਂ ਦੀ ਰਚਨਾ ਕੀਤੀ ਹੈ, ਤੇ ਇੱਕ ਅਸ਼ਟਪਦੀ ਦੇ 8 ਭਾਗ ਹਨ, ਜਿਨ੍ਹਾਂ ਦਾ ਸੱਚੇ ਪਾਤਸ਼ਾਹ ਨੇ ਨਾਮ ਪਦ ਰੱਖਿਆ ਹੈ। ਅਸ਼ਟਪਦੀ 8 ਪਦਾਂ ਵਾਲੀ ਅਸ਼ਟਪਦੀ। ਗੁਰੂ ਪਿਆਰਿਓ, ਦੂਸਰੇ ਪਾਸੇ ਜਿਹੜਾ ਸਮਾਂ ਉਹ ਹਮੇਸ਼ਾ ਮੁੱਕਦਾ ਹੈ, ਬਦਲਦਾ ਹੈ ਅਤੇ ਮੁੱਕਦਾ ਹੈ। ਜੋ ਵੀ ਸ੍ਰਿਸ਼ਟੀ ਦੇ ਵਿੱਚ ਬਦਲਦਾ ਜਾਂ ਚੇਂਜ ਹੁੰਦਾ ਹੈ, ਉਹ ਸੁਭਾਵਿਕ ਸਮਾਪਤ ਹੁੰਦਾ ਹੀ ਹੈ। ਚਾਹੇ ਕਿੰਨੇ ਸਾਲ ਰੱਖ ਲਵੋ, ਸੈਂਕੜੇ, ਹਜ਼ਾਰਾਂ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ, ਜਿੰਨੇ ਮਰਜ਼ੀ ਘੰਟਿਆਂ ਦਾ ਵਰਣਨ ਕਰ ਦੇਵੋ, ਸਮਾਂ ਅਕਸਰ ਮੁੱਕ ਹੀ ਜਾਂਦਾ ਹੈ। ਇਨਸਾਨ ਸਮੇਂ ਦੇ ਨਾਲ ਬੰਧਿਆ ਹੋਇਆ ਇੱਕ ਬਦਲਣ ਵਾਲਾ ਹੀ ਰੂਪ ਹੈ, ਮੁੱਕਣ ਵਾਲਾ ਹੀ ਰੂਪ ਹੈ। ਇਸੇ ਕਰਕੇ ਹੀ ਸੱਚੇ ਪਾਤਸ਼ਾਹ ਨੇ ਇੱਕ ਇੱਕ ਸੁਵਾਸ ਲੇਖੇ ਲਾਉਣ ਦੇ ਲਈ ਵਿਧੀ ਸਮਝਾਈ ਹੈ ਕਿ ਪ੍ਰਾਣੀ, ਜੇ ਤੂੰ ਨਿਰਣਾ ਕਰ ਲਵੇਂ ਕਿ ਸਾਰੇ ਦਾ ਸਾਰਾ ਸਮਾਂ ਜਿਹੜਾ ਉਹ ਪ੍ਰੀਤਮ ਪਿਆਰੇ ਦਾ ਹੈ, ਤਾਂ ਇਹ ਉਹਦਾ ਲਾਹਾ ਲੈਣਾ ਹੈ, ਤਦ ਤੈਨੂੰ ਹਰ ਸੁਆਸ ਦੇ ਨਾਲ ਉਸ ਅਕਾਲ ਨੂੰ ਯਾਦ ਕਰਨਾ ਹੋਵੇਗਾ। ਉਹਦੀ ਸ਼ਲਾਘਾ, ਉਹਦੀ ਸਿਫਤ, ਉਹਦੇ ਗੁਣ ਗਾਉਣ ਗਾਣੇ ਪੈਣਗੇ। ਉਹਦੇ ਪ੍ਰਤੀ ਤੇਰੀ ਸ਼ਰਧਾ ਡੁੱਲ ਡੁੱਲ ਪੈਣੀ ਚਾਹੀਦੀ ਹੈ, ਤਾਂ ਕਿ ਜਿਵੇਂ ਔਰਤ
ਆਪਣੇ ਪਤੀ ਨੂੰ ਮੋਹਿਤ ਕਰਨ ਦਾ ਯਤਨ ਕਰਦੀ ਹੈ, ਇਸੇ ਤਰ੍ਹਾਂ ਜੀਵ ਰੂਪੀ ਆਤਮਾ ਪਰਮਾਤਮਾ ਨੂੰ ਮੋਹਦੀ ਹੈ, ਪਿਆਰਦੀ ਹੈ, ਸਤਿਕਾਰਦੀ ਹੈ, ਤੇ ਪਰਮਾਤਮਾ ਟੁੱਟ ਪੈਂਦਾ ਹੈ ਤੇ ਆਪਣਾ ਆਪ ਸਾਰਾ ਨਿਸ਼ਾਵਰ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਸਾਨੂੰ ਸਮਝਾਉਂਦੇ ਹਨ, ਨਾ ਕਿਛ ਜਨਮੈ ਨਾ ਕਿਛ ਮਰੇ, ਆਪਨ ਚਲਤ ਆਪ ਹੀ ਕਰੇ। ਜਿਵੇਂ ਹਰ ਛਿਨ ਛਿਨ, ਹਰ ਪਲ ਪਲ ਦੇ ਵਿੱਚ ਪ੍ਰਭੂ ਬਿਰਾਜਮਾਨ ਹੈ, ਹਰ ਜ਼ਰੇ ਜ਼ਰੇ ਕਿਣਕੇ ਦੇ ਵਿੱਚ ਉਹ ਸਮੋਇਆ ਹੋਇਆ ਹੈ। ਪ੍ਰਭੂ ਤੋਂ ਬਿਨਾਂ ਬਾਕੀ ਕੁਝ ਹੈ ਹੀ ਨਹੀਂ। ਜਿਹੜਾ ਕਲੇਮ ਅਸੀਂ ਕਰਦੇ ਹਾਂ ਕਿ ਸਾਡਾ ਸਰੀਰ ਹੈ, ਸਾਡਾ ਪਰਿਵਾਰ ਹੈ, ਰਿਸ਼ਤੇਦਾਰ ਹਨ, ਸੰਬੰਧੀ ਹਨ, ਪਦਾਰਥ ਹੈ ਸਾਡੇ ਕੋਲ, ਇਹ ਸਾਰੇ ਦੇ ਸਾਰੇ ਕਲੇਮ ਹੈ ਜਿਹੜੇ ਝੂਠੇ ਹਨ। ਇਹਨਾਂ ਵਿੱਚ ਰਤੀ ਭਰ ਵੀ ਸੱਚਾਈ ਨਹੀਂ ਹੈ। ਜੋ ਅੰਦਰ ਪ੍ਰਾਣੀ ਦੇ ਬੋਲਦਾ ਹੈ, ਸੁਣਦਾ ਹੈ, ਦੇਖਦਾ ਹੈ, ਉਹ ਆਪ ਹੀ ਹੈ। ਜਦੋਂ ਜਨਮ ਲੈਂਦਾ ਹੈ ਪ੍ਰਾਣੀ, ਉਹ ਆਪ ਹੀ ਜਨਮ ਧਾਰਦਾ ਹੈ ਤੇ ਆਪ ਹੀ ਆਪਣੇ ਆਪ ਨੂੰ ਪਾਲਦਾ ਹੈ, ਫਿਰ ਆਪਣੇ ਹੀ ਇੱਕ ਰੂਪ ਦਾ ਵਿਨਾਸ਼ ਕਰਦਾ ਹੈ। ਉਸ ਤੋਂ ਬਿਨਾਂ ਕੋਈ ਪੱਤਾ ਵੀ ਨਹੀਂ ਹਿਲਦਾ। ਫਿਰ ਹੋਰ ਕੌਣ ਜਨਮ ਸਕਦਾ ਹੈ, ਕੌਣ ਮਰ ਸਕਦਾ ਹੈ? ਪ੍ਰਭੂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਦ ਕੋਈ ਹੋਰ ਹੈ ਹੀ ਨਹੀਂ, ਸਿਰਫ ਉਹਦੀ ਖੇਡ ਨਿਰੰਤਰ ਚੱਲ ਰਹੀ ਹੈ, ਫਿਰ ਇਨਸਾਨ ਦਾਅਵੇ ਕਰਦਾ ਹੈ ਕਿ ਮੇਰਾ ਜਨਮ ਹੋਇਆ ਹੈ, ਮੇਰਾ ਪਰਿਵਾਰ ਹੈ। ਇਹ ਮਾਇਆ ਦੇ ਛਲ ਕਰਕੇ ਝੂਠੀ ਤਸੱਲੀ ਦਿੰਦਾ ਹੈ, ਪਰ ਅਸਲੀਅਤ ਸੱਚਾਈ ਇਹੀ ਹੈ ਕਿ ਤੂੰ ਜਿਹਦੇ ਵਿੱਚੋਂ ਜੁਦਾ ਹੋਇਆ ਉਹਦੇ ਵਿੱਚ ਸਮੋ ਜਾ। ਤੇਰੀ ਪਰਿਭਾਸ਼ਾ ਕੋਈ ਹੈ ਹੀ ਨਹੀਂ। ਤੂੰ ਉਹਦੇ ਨਾਲ ਜੁੜਿਆ ਹੋਣ ਕਰਕੇ ਹੀ ਜਾਣਿਆ ਜਾਂਦਾ ਹੈ। ਨਾ ਕੁਛ ਜਨਮਦਾ ਤੇ ਨਾ ਕੁਛ ਮਰਦਾ। ਸਾਰੀ ਖੇਡ ਹੈ ਜਿਹੜਾ ਕੌਤਕ ਰਚਿਆ ਹੋਇਆ, ਉਹਦੀ ਖੇਡ ਦਾ ਉਹ ਆਪਣੇ ਆਪ ਹੀ ਚਲਾ ਰਿਹਾ ਹੈ ਤੇ ਆਪਣੇ ਆਪ ਹੀ ਖੇਡ ਰਿਹਾ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਸੱਚੇ ਪਾਤਸ਼ਾਹ ਨੇ ਬਹੁਤ ਪਿਆਰੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਆਉਣਾ ਤੇ ਜਾਣਾ, ਪ੍ਰਤੱਖ ਤੇ ਗੁਪਤ, ਅਤੇ ਸਾਰਾ ਜਹਾਨ, ਸਾਰੀ ਕੁਦਰਤ ਉਹਦੀ ਲੋਇਲ ਹੈ, ਉਹਦੀ ਆਗਿਆ ਮੰਨਦੀ ਹੈ। ਜਿਸ ਤਰ੍ਹਾਂ ਦੁਨਿਆਵੀ ਜੱਜ ਦੇ ਅੱਗੇ ਕੋਈ ਹਾਕਾ ਮਾਰਨ ਵਾਲਾ ਖੜਾ ਹੁੰਦਾ ਹੈ ਕਿ ਹੁਣ ਕਿਸ ਦੀ ਵਾਰੀ ਹੈ, ਕਿਸ ਦੇ ਕੇਸ ਦੀ ਸੁਣਵਾਈ ਹੋਣੀ ਹੈ, ਤਾਂ ਉਹ ਦੌੜ ਕੇ ਆਉਂਦੇ ਹਨ, ਕਿਤੇ ਲੇਟ ਨਾ ਹੋ ਜਾਈਏ, ਜੱਜ ਸਾਹਿਬ ਨੂੰ ਗੁੱਸਾ ਨਾ ਚੜ੍ਹ ਜਾਵੇ, ਮੁਕੱਦਮੇ ਦੇ ਉੱਤੇ ਬੁਰਾ ਅਸਰ ਪੈ ਸਕਦਾ। ਇਸੇ ਤਰ੍ਹਾਂ ਉਹਨੇ ਆਉਣ ਜਾਣ ਦੀ ਵਿਧੀ ਬਣਾਈ ਹੈ।
ਬਹੁਤ ਕੁਝ ਛੁਪਿਆ ਹੋਇਆ ਹੈ, ਬਹੁਤ ਕੁਝ ਦਿਸ ਰਿਹਾ ਹੈ। ਇਹ ਸਾਰੀ ਦੀ ਸਾਰੀ ਲੀਲਾ ਪ੍ਰਭੂ ਦੀ ਆਪਣੀ ਹੈ। ਕੁਦਰਤ ਵੀ ਸਲੂਟ ਕਰਦੀ ਹੈ, ਪੱਖਾ ਝੱਲਦੀ ਹੈ, ਹਮੇਸ਼ਾ ਪਹਿਰਾ ਦਿੰਦੀ ਹੈ, ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਫਰਮਾ ਬਰਦਾਰ ਹੈ ਅਕਾਲ ਪੁਰਖ ਦੀ। ਕੋਈ ਵੀ ਉਹਦੀ ਆਗਿਆ ਤੋਂ ਬਿਨਾਂ ਇਸ ਧਰਤੀ ਉੱਤੇ ਕੰਮ ਹੋ ਨਹੀਂ ਸਕਦਾ। ਆਪੇ ਆਪ ਸਗਲ ਮੈਂ ਆਪ, ਅਨੇਕ ਜੁਗਤ ਰਚ ਥਾਪ ਅਥਾਪ। ਸਾਰੇ ਪਾਸੇ ਆਪ ਹੀ ਫੈਲਿਆ ਹੋਇਆ ਹੈ, ਹੋਰ ਕੋਈ ਹੈ ਹੀ ਨਹੀਂ। ਸਾਰੇ ਪਾਸੇ ਉਹਦਾ ਬੋਲ ਬਾਲਾ ਹੈ। ਆਪ ਹੀ ਆਪਣੇ ਵਿੱਚ ਹੈ। ਉਸ ਤੋਂ ਬਿਨਾਂ, ਅਕਾਲ ਤੋਂ ਬਿਨਾਂ ਕੁਝ ਵੀ ਨਹੀਂ। ਜੁਗਤ ਤਰੀਕੇ ਉਹਨੇ ਆਪਣੇ ਪਸਾਰ ਦੇ ਬਹੁਤ ਬਣਾਏ ਹੋਏ ਹਨ। ਇੱਕ ਹੁੰਦਾ ਹੋਇਆ ਵੀ ਅਨੇਕਾਂ ਗਿਣਤੀ ਤੋਂ ਬਾਹਰ ਰੂਪਾਂ ਦੇ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਬਣਾਉਂਦਾ ਹੈ, ਉਹਨਾਂ ਨੂੰ ਚਲਾਉਂਦਾ ਹੈ। ਇੱਕ ਦੂਸਰੇ ਨਾਲ ਲੜ ਪੈਂਦੇ ਹਨ, ਖੁਸ਼ ਹੁੰਦੇ ਹਨ, ਗਲਵੱਖੜੀਆਂ ਪਾਉਂਦੇ ਹਨ, ਫਿਰ ਲੜ ਪੈਂਦੇ ਹਨ। ਇਹ ਦੁਨੀਆ ਦੇ ਲੋਕ ਸਾਰੇ ਦੇ ਸਾਰੇ ਉਹਦਾ ਰੂਪ ਹੀ ਹਨ। ਪ੍ਰਭੂ ਪਿਆਰੇ ਤੋਂ ਬਿਨਾਂ ਕੁਝ ਵੀ ਕਿਰਿਆ ਇਸ ਧਰਤੀ 'ਤੇ ਨਹੀਂ ਹੋ ਸਕਦੀ। ਸਾਰਾ ਕੁਝ ਉਹਨੇ ਆਪਣੇ ਤੋਂ ਹੀ ਬਣਾਇਆ ਹੋਇਆ ਹੈ, ਤੇ ਆਪੇ ਹੀ ਉਹ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ। ਬਹੁਤ ਸਾਰੀਆਂ ਵਿਧੀਆਂ ਅਖਤਿਆਰ ਕਰਕੇ ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਫਿਰ ਚਲਾਉਂਦਾ ਹੈ, ਫਿਰ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਇੱਕ ਕਿਸਾਨ ਜ਼ਮੀਨ ਨੂੰ ਤਿਆਰ ਕਰਦਾ ਹੈ, ਫਿਰ ਉਹਦੇ ਵਿੱਚ ਪਾਣੀ ਛੱਡ ਕੇ ਨਵੀਂ ਪੈਦਾ ਕਰਦਾ ਹੈ, ਉਹਨੂੰ ਪੁੱਟਦਾ ਹੈ, ਹਿਲਾਉਂਦਾ ਹੈ, ਹਲ ਵਾਹੁੰਦਾ ਹੈ। ਫਿਰ ਜਦ ਉਹਦੇ ਯੋਗ ਦੇ ਅਨੁਸਾਰ ਧਰਤੀ ਰੈਡੀ ਹੈ, ਬੱਤਰ ਹੈ, ਤਾਂ ਉਹ ਸੀਡ ਵਿੱਚ ਪਾ ਦਿੰਦਾ ਹੈ। ਸੀਡ ਪੁੰਗਰਦਾ ਹੈ। ਸਮੇਂ ਦੀ ਕਿਰਿਆ ਦੇ ਨਾਲ ਸੀਡ ਤੋਂ ਬੂਟਾ ਬਣਦਾ ਹੈ। ਅਨੇਕਾਂ ਬੇਸ਼ੁਮਾਰ ਬੂਟੇ ਉਹਦੇ ਕਿਸਾਨ ਦੇ ਖੇਤ ਦੇ ਵਿੱਚ ਹਰੇ ਭਰੇ ਹੋ ਜਾਂਦੇ ਹਨ। ਬੇਸ਼ੱਕ ਕਿਸਾਨ ਨੇ ਹੀ ਉਹਨੂੰ ਬਣਾਇਆ ਹੈ, ਬੀਜਿਆ ਹੈ, ਧਰਤੀ ਨੂੰ ਤਿਆਰ ਕੀਤਾ ਹੈ, ਤੇ ਅੱਜ ਜਿਹੜੀ ਚਹਿਲ ਪਹਿਲ ਹੈ ਹਰਿਆਵਲੀ ਦੀ, ਉਸ ਬੂਟਿਆਂ ਦੀ ਰੌਣਕ ਦੀ, ਤਾਂ ਕਿਸਾਨ ਪ੍ਰਸੰਨ ਹੋ ਕੇ ਮੌਲਦਾ ਹੈ, ਉਹਨਾਂ ਨੂੰ ਤੱਕਦਾ ਹੈ, ਖੁਸ਼ ਹੁੰਦਾ ਹੈ। ਇਹ ਉਹਦਾ ਮਜਾਜ ਹੈ। ਇਸੇ ਤਰ੍ਹਾਂ ਪ੍ਰਭੂ ਆਪਣੀ ਬਣਾਈ ਹੋਈ ਖੇਤੀ ਨੂੰ ਸਿਰਜਦਾ ਹੈ, ਕਿਸਾਨ ਦੀ ਤਰ੍ਹਾਂ ਵਾਹੁੰਦਾ ਹੈ, ਹਲ ਚਲਾਉਂਦਾ ਹੈ, ਫਿਰ ਪ੍ਰਸੰਨ ਹੋ ਕੇ ਉਹਨੂੰ ਦੇਖਦਾ ਹੈ। ਉਹ ਕਿਸੇ ਤੋਂ ਕੋਈ ਸਲਾਹ ਨਹੀਂ ਲੈਂਦਾ। ਉਹਦੇ ਕੋਲ ਬੇਸ਼ੁਮਾਰ ਵਿਧੀਆਂ ਹਨ, ਬੇਸ਼ੁਮਾਰ ਤੌਰ ਤਰੀਕੇ ਹਨ ਇਸ ਫੁਲਵਾੜੀ ਨੂੰ ਸਜਾਉਣ ਦੇ,
ਇਹਨੂੰ ਹੋਰ ਸੋਹਣਾ ਬਣਾਉਣ ਦੇ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਸਮਝਾਉਂਦੇ ਹਨ। ਅਵਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ। ਉਹ ਅਮਰ ਹੈ, ਪ੍ਰਭੂ ਹਮੇਸ਼ਾ ਰਹਿਣ ਵਾਲਾ ਹੈ। ਉਹਦੇ ਵਿੱਚ ਕੁਝ ਵੀ ਬਿਖਰਨ ਵਾਲਾ ਨਹੀਂ ਹੈ, ਟੁੱਟਣ ਵਾਲਾ ਨਹੀਂ ਹੈ, ਜੁਦਾ ਹੋਣ ਵਾਲਾ ਨਹੀਂ ਹੈ। ਅਵਨਾਸ਼ੀ ਨਾਹੀ ਕਿਛ ਖੰਡ, ਟੁੱਟਣ ਵਾਲਾ ਜਿਵੇਂ ਸ਼ੀਸ਼ਾ ਲਿਖਿਆ ਹੁੰਦਾ ਹੈ ਉੱਤੇ ਕਿ ਟੁੱਟ ਜਾਵੇਗਾ, ਸਾਵਧਾਨੀ ਦੇ ਨਾਲ ਇਹਨੂੰ ਹੈਂਡਲ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ ਦੀ ਕੋਈ ਵੀ ਚੀਜ਼ ਉਹਦੇ ਨਾਲੋਂ ਜੁਦਾ ਨਹੀਂ ਹੋ ਸਕਦੀ। ਧਾਰਨ ਧਾਰ ਰਹਿਓ ਬ੍ਰਹਿਮੰਡ, ਉਹ ਸਾਰੇ ਯੂਨੀਵਰਸ ਨੂੰ, ਸਾਰੇ ਬ੍ਰਹਿਮੰਡ ਨੂੰ ਸਪੋਰਟ ਕਰ ਰਿਹਾ ਹੈ, ਥੰਮ ਦੀ ਤਰ੍ਹਾਂ ਆਸਰਾ ਦੇ ਰਿਹਾ ਹੈ। ਜਿਹੜਾ ਇਹ ਬ੍ਰਹਿਮੰਡ ਹੈ ਉਹਦੇ ਆਸਰੇ ਨਾਲ ਹੀ ਚੱਲ ਰਿਹਾ ਹੈ। ਆਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸੁਆਮੀ ਦਾ ਤਾਪ ਤੇਜ ਅਗਾਧ ਤੇ ਭੇਦ ਰਹਿਤ ਹੈ। ਉਹ ਕੋਈ ਪੱਖਪਾਤ ਤੇ ਆਧਾਰਿਤ ਨਹੀਂ ਹੈ, ਸਾਰਿਆਂ ਦੇ ਨਾਲ ਤੇਜ ਸਾਂਝਾ ਕਰਦਾ ਹੈ। ਅਕਾਲ ਪੁਰਖ ਹਰ ਕਿਸੇ ਨੂੰ ਆਪਣਾ ਨਾਮ ਵੰਡਦਾ ਹੈ। ਜੇ ਕੋਈ ਮਾਝਾ ਰਹਿ ਜਾਂਦਾ ਹੈ ਤਾਂ ਦੇਣ ਵਾਲੇ ਦਾ ਕੋਈ ਕਸੂਰ ਨਹੀਂ, ਲੈਣੇ ਵਾਲੇ ਦਾ ਤਰੀਕਾ ਗਲਤ ਹੋ ਸਕਦਾ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਆਪ ਜਪਾਏ ਤਾਂ ਨਾਨਕ ਜਾਪ। ਜੇ ਉਹਨੂੰ ਭਾ ਜਾਵੇ ਕਿ ਉਹਨੇ ਪ੍ਰਾਣੀ ਦਾ ਭਲਾ ਕਰਨਾ ਹੈ, ਪ੍ਰਾਣੀ ਨੂੰ ਮਾਇਆ ਦੇ ਚਿੱਕੜ ਵਿੱਚੋਂ ਕੱਢਣਾ ਹੈ, ਤਾਂ ਉਹ ਪ੍ਰਾਣੀ ਤੋਂ ਆਪਣਾ ਸਿਮਰਨ ਆਪ ਕਰਾਉਂਦਾ ਹੈ, ਆਪ ਹੀ ਸ਼ਰਧਾ ਜਗਾਉਂਦਾ ਹੈ ਤੇ ਉਹਨੂੰ ਮਾਇਆ ਦੇ ਚੱਕਰ 'ਚੋਂ ਕੱਢ ਕੇ ਆਪਣੇ ਨਾਲ ਜੋੜਦਾ ਹੈ। ਉਹਦੇ ਜਿਸਮ ਦੇ ਵਿੱਚ ਮਾਇਆ ਦਾ ਸੇਕ ਜਿਹੜਾ ਉਹਨੂੰ ਸਾੜਦਾ ਰਹਿੰਦਾ ਹੈ, ਉਹਨੂੰ ਠੰਡਕ ਪਹੁੰਚਾਉਂਦਾ ਹੈ, ਅੰਮ੍ਰਿਤ ਦੇ ਨਾਲ ਸ਼ਾਂਤ ਬਣਾ ਦਿੰਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਪ੍ਰਭੂ ਦੀ ਪ੍ਰਤਿਭਾ, ਪ੍ਰਭੂ ਦੀ ਮਹਿਮਾ, ਪ੍ਰਭੂ ਦਾ ਵਿਰਾਟ ਰੂਪ ਕਿੰਨਾ ਵੱਡਾ ਹੈ, ਦੂਸਰੇ ਪਾਸੇ ਇਨਸਾਨ ਕਿੰਨਾ ਛੋਟਾ ਹੈ। ਇਨਸਾਨ ਆਪਣੀ ਸੋਚ ਨਾਲ ਕਿੱਥੇ ਤੱਕ ਸੋਚ ਸਕਦਾ ਹੈ। ਇਹ ਇੱਕ ਇਨਸਾਨ ਦੀ ਸ਼ਰਾਰਤ ਹੈ ਕਿ ਉਹ ਹਮੇਸ਼ਾ ਉਹਦਾ ਗੁਪਤ ਪੜ ਉਜਾਗਰ ਕਰਨ 'ਤੇ ਲੱਗਿਆ ਰਹਿੰਦਾ ਹੈ, ਪਰਦਾ ਚੁੱਕਣ ਉੱਤੇ ਮਸ਼ਰੂਫ ਰਹਿੰਦਾ ਹੈ ਕਿ ਮੈਂ ਪ੍ਰਭੂ ਦਾ ਭੇਦ ਜਾਣ ਲੈਣਾ ਹੈ। ਪਿਤਾ ਦਾ ਭੇਦ ਬੱਚਾ ਕਿਵੇਂ ਲੱਭ ਸਕਦਾ ਹੈ? ਉਸ ਪ੍ਰਭੂ ਨੇ ਰੌਚਕ ਦੁਨੀਆ ਬਣਾਈ ਹੈ, ਜਿਸ ਤਰ੍ਹਾਂ ਲੱਗਦਾ ਹੈ ਉਸ ਤਰ੍ਹਾਂ ਹੈ ਨਹੀਂ, ਜਿਸ ਤਰ੍ਹਾਂ ਸੱਚ ਹੈ ਉਹ ਦਿਸ ਨਹੀਂ ਰਿਹਾ।
ਇਸ ਧਰਤੀ ਦੇ ਵਿੱਚ ਜਨਮ ਮਰਨ ਦੀ ਕਹਾਣੀ ਅਟੱਲ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਇਹ ਵੀ ਇੱਕ ਇਨਸਾਨ ਦੀ ਸੋਚ ਹੈ। ਪ੍ਰਭੂ ਸਾਰੇ ਪਾਸੇ ਵਿਚਰਦਾ ਹੈ, ਸਾਰੇ ਪਾਸੇ ਜਨਮਦਾ ਹੈ, ਸਾਰੇ ਪਾਸੇ ਮਰਦਾ ਹੈ। ਉਸ ਦੀ ਖੇਡ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਉਹ ਆਪਣੇ ਆਪ ਹੀ ਖੇਡ ਰਚਾਈ ਜਾਂਦਾ ਹੈ, ਨਵੀਂ ਤੋਂ ਨਵੀਂ ਖੇਡ। ਬੱਚਿਆਂ ਦੀ ਤਰ੍ਹਾਂ ਭੋਲਾ ਪਾਤਸ਼ਾਹ ਆਪਣੇ ਚੋਜ ਕਰਦਾ ਹੈ। ਕਈ ਵਾਰ ਬਿੰਦਰਾਵਨ ਦੇ ਵਿੱਚ ਗਾਵਾਂ ਚਰਾਉਂਦਾ ਹੈ, ਬਾਂਸਰੀ ਵਜਾਉਂਦਾ ਹੈ, ਨੱਟ ਖੱਟ ਸੁਭਾਅ ਦੇ ਨਾਲ ਚੱਕਰੇ ਉਹਨਾਂ ਗਵਾਲਣਾ ਦੇ ਦੁੱਧ ਵਾਲੇ ਕਟੋਰੇ ਤੋੜਦਾ ਹੈ। ਉਹਦੀ ਭੋਲੇ ਪਾਤਸ਼ਾਹ ਦੀ ਇਹ ਖੇਡ ਹੈ। ਕਈ ਵਾਰ ਦਰਿਆ ਦੇ ਵਿੱਚ ਸੋਨੇ ਦੇ ਕੰਗਣ ਸੁੱਟ ਦਿੰਦਾ ਹੈ। ਮਾਂ ਦੇ ਪੁੱਛਣ ਦੇ ਉੱਤੇ ਦੂਸਰਾ ਵੀ ਵਗਾਹ ਮਾਰਦਾ ਹੈ ਕਿ ਲੱਗਦਾ ਹੈ ਕਿ ਮਾਤਾ ਮੈਂ ਇੱਥੇ ਇੱਕ ਸੁੱਟਿਆ ਸੀ। ਇੱਕ ਨੂੰ ਗਵਾ ਕੇ ਦੂਸਰਾ ਉੱਤੇ ਸੁੱਟ ਦਿੰਦਾ ਹੈ। ਭੋਲਾ ਪ੍ਰੀਤਮ ਚੋਜ ਨਿਆਰੇ ਕਰਦਾ ਹੈ। ਇਹ ਉਹਦੀ ਇੱਕ ਸਮਝ ਤੋਂ ਬਾਹਰ ਖੇਡ ਹੈ। ਉਹ ਗੁਪਤ ਵੀ ਹੈ, ਪ੍ਰਤੱਖ ਵੀ ਆਪ ਹੀ ਹੈ, ਤੇ ਉਹਦੀ ਜੀ ਹਜ਼ੂਰੀ ਕੁਦਰਤ ਦਿਨ ਰਾਤ ਕਰ ਰਹੀ ਹੈ। ਸੂਰਜ ਉਹਦਾ ਪਾਣੀ ਭਰਦੇ ਹਨ, ਚੰਦ ਤਾਰੇ ਉਹਦੀ ਚਾਕਰੀ ਕਰਦੇ ਹਨ। ਸਾਰਾ ਸਗਲ ਉਹਨੇ ਆਪ ਬਣਾਇਆ ਤੇ ਆਪ ਹੀ ਸਾਰੇ ਦੇ ਵਿੱਚ ਰਚਿਆ ਹੋਇਆ ਹੈ। ਉਹਦੇ ਕੋਲ ਜੁਗਤਾਂ ਦੀ, ਉਹਦੇ ਕੋਲ ਵੱਡੀਆਂ ਵੱਡੀਆਂ ਪਲੈਨਿੰਗਸ, ਉਹ ਆਪ ਹੀ ਪਲੈਨਰ ਹੈ, ਆਪ ਹੀ ਜੁਗਤੀ ਹੈ। ਦੁਨੀਆ ਦੀ ਜੁਗਤ ਵੀ ਉਹਨੇ ਬਣਾਈ ਹੈ। ਸਾਰੇ ਕੁਝ ਨੂੰ ਚਲਾਉਣ ਵਾਲਾ ਆਪ ਅਵਿਨਾਸ਼ੀ ਹੈ। ਰਤੀ ਭਰ ਵੀ ਘਟਦਾ ਨਹੀਂ ਹੈ। ਉਹਦਾ ਘਟਣ ਦਾ ਸੁਭਾਅ ਹੀ ਨਹੀਂ ਹੈ, ਪ੍ਰਤੱਖ ਹੈ। ਆਪਣੀ ਸ਼ਕਤੀ ਦੇ ਨਾਲ ਉਹਨੇ ਗੁਰੂਤਾ ਸ਼ਕਤੀ ਪੈਦਾ ਕੀਤੀ ਹੈ, ਖਿੱਚ ਸ਼ਕਤੀ ਪੈਦਾ ਕੀਤੀ ਹੈ, ਜਿਹਨੂੰ ਅਸੀਂ ਗ੍ਰੈਵੀਟੇਸ਼ਨ ਕਹਿੰਦੇ ਹਾਂ। ਦਿਨ ਰਾਤ ਗ੍ਰੈਵੀਟੇਸ਼ਨ ਦੇ ਜ਼ਰੀਏ ਬੇਅੰਤ ਪਲੈਨਟਸ ਹੈ ਜਿਹੜੇ ਆਕਾਸ਼ ਦੇ ਵਿੱਚ ਮੌਲਦੇ ਫਿਰਦੇ ਹਨ। ਖਿੱਚ ਦੇ ਜ਼ਰੀਏ ਕੋਈ ਕਿਸੇ ਨੂੰ ਖਿੱਚ ਰਿਹਾ ਹੈ, ਕੋਈ ਕਿਸੇ ਨੂੰ ਕਿਸੇ ਪਾਸੇ ਧੂ ਕੇ ਰਾਹ 'ਤੇ ਪਾ ਰਿਹਾ ਹੈ। ਕੋਈ ਗਵਾਚਦਾ ਨਹੀਂ ਹੈ। ਇੱਕ ਮੇਲਾ ਲੱਗਿਆ ਹੋਇਆ, ਤਾਰੇ ਹੀ ਤਾਰੇ, ਚੰਦਰਮਾ, ਸੂਰਜ ਬੇਸ਼ੁਮਾਰ, ਖਲਾ ਸਾਰਾ ਹੀ ਭਰਿਆ ਹੋਇਆ ਹੈ। ਜਿਵੇਂ ਇੱਕ ਮੇਲੇ ਦੇ ਵਿੱਚ ਬੇਸ਼ੁਮਾਰ ਤੰਬੂ ਲੱਗੇ ਹੋਣ, ਰੋਸ਼ਨੀਆਂ ਜਗਦੀਆਂ ਹੋਣ, ਚਹਿਲ ਪਹਿਲ ਹੋਵੇ। ਇਸੇ ਤਰ੍ਹਾਂ ਜਿਹੜਾ ਖਲਾਰਾ ਪਿਆ ਹੋਇਆ ਨੀਲੇ ਆਕਾਸ਼ ਦੇ ਵਿੱਚ, ਕਿੰਨੀ ਰੌਣਕ ਵਰਤਾਈ ਹੈ ਸੱਚੇ ਪਾਤਸ਼ਾਹ ਨੇ। ਤੇ ਇਹ ਇੱਕ ਪੁਰਖ ਦਾ ਪ੍ਰਤਾਪ ਹੈ, ਉਹਦੀ ਖੇਡ ਹੈ, ਉਹਦਾ ਆਸਰਾ ਹੈ। ਤੇ ਉਹ ਦਿਆਲੂ ਇੰਨਾ, ਮਿਹਰਬਾਨ ਇੰਨਾ ਕਿ ਜਿਹਦੇ ਉੱਤੇ ਉਹਦਾ ਦਿਲ ਆ ਜਾਵੇ, ਉਹਦੀ ਚਾਕਰੀ ਕਰਨ ਦੇ ਲਈ ਤਿਆਰ ਹੋ ਜਾਂਦਾ। ਆਪਣੇ ਭਗਤਾਂ ਦੀ ਚਾਕਰੀ ਕਰਦਾ। ਉਹਨਾਂ ਉੱਤੇ ਇੰਨਾ ਪ੍ਰਸੰਨ ਹੋ ਜਾਂਦਾ
ਕਿ ਉਹਨਾਂ ਦਾ ਖਿਦਮਤਗਾਰ ਬਣ ਕੇ ਪਾਣੀ ਦੇ ਨੱਕੇ ਛੱਡਦਾ, ਬੱਕੀਆਂ ਪਾਲਦਾ, ਮੱਝਾਂ ਚਾਰਦਾ, ਗਾਵਾਂ ਨੂੰ ਮੋੜਦਾ। ਕਿੰਨਾ ਖੁਸ਼ਗਵਾਰ ਪ੍ਰਭੂ ਹੈ ਕਿ ਭਗਤਾਂ ਦੇ ਲਈ ਕੁਰਬਾਨ ਹੋ ਜਾਂਦਾ, ਭਗਤਾਂ ਦੇ ਲਈ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦੇਣ ਵਾਲਾ ਦਾਤਾ। ਬੇਅੰਤ 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 ਸੁਆਮੀ। ਸੱਚੇ ਪਾਤਸ਼ਾਹ ਨੇ 5 ਵੇਰ ਬੇਅੰਤ ਸ਼ਬਦ ਦਾ ਪ੍ਰਯੋਗ ਕੀਤਾ ਸਿਰਫ ਸਾਨੂੰ ਸਮਝਾਉਣ ਦੇ ਲਈ। ਬੇਅੰਤ ਤਾਂ ਇੱਕ ਵੇਰ ਲਿਖਿਆ ਜਾਵੇ ਤਾਂ ਬੇਅੰਤ ਹੀ ਹੈ। ਸੱਚੇ ਪਾਤਸ਼ਾਹ ਨੇ ਮਨੁੱਖ ਦਾ ਛੋਟਾਪਣ, ਪ੍ਰਭੂ ਦਾ ਵੱਡਾਪਣ ਦਰਸਾਉਣ ਦੇ ਲਈ ਸਾਨੂੰ ਸਮਝਾਇਆ ਹੈ ਕਿ ਜਿਹੜੇ ਅੱਖਰ ਹੈ, ਜਿਹੜੀ ਵਕੈਬਲਰੀ ਹੈ, ਐਲਫਾਬੈਟੋ ਹੈ, ਮੈਥੇਮੈਟਿਕਸ ਹੈ, ਇਹਦੇ ਨਾਲ ਉਹਨੂੰ ਗਿਣਿਆ ਮਿਣਿਆ ਜਾ ਹੀ ਨਹੀਂ ਸਕਦਾ। ਉਹ ਇਹਨਾਂ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ ਕਿਉਂਕਿ ਬੇਅੰਤ ਹੈ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਨਾ ਕਿਛ ਜਨਮੈ ਨਾ ਕਿਛ ਮਰੇ, ਆਪਨ ਚਲਤ ਆਪ ਹੀ ਕਰੇ। Nothing is born, nothing is dead, nothing dies. He plays himself all the acts. He is creator. He creates the creation, and remote control is in his hand. He finish, he vanish, and he give birth. All direction, he is there with full control. ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। Coming and going, birth and death, visible and invisible, both are in his hands. The entire world, the whole universe, is obedient to him, always salute to him. He is great, and all the creation is so loyal to him. आपे आप सगल में आप, अनेक जुगत रच थाप थाप। He is all by himself. Himself he is contained amongst all. Employing various devices, he makes and unmakes. Whole universe, one end to other end, same time he is present all over. From himself, he is the one making plans. He is the creator. He uses various methods, various devices, makes and unmakes. He can create, he can finish. अविनाशी नाहि किश खंड, धारन धार रेहो ब्रह्मंड। He is imperishable, and nothing of him is frangible.
He is a lending support to the universe. He is a pillar. He is the biggest sport. He is the one make the lines of roots of suns and stars. Alkh aphev purkh pratap. Lord's glory is unapprehensible and unscrutable. Nanak, if he causes man to remember him, then does he remember him? Aap japaye ta Nanak jap. Human cannot even remember him, praise him. He don't have the capacity. Only God, when God is pleased to him so much, then he gives the strength to the mortal that he can go close to him and please him. ਗੁਰੂ ਪਿਆਰਿਓ, ਸੁਖਮਨੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਵਿਸ਼ਾਲਤਾ, ਉਹਦੀ ਮਿਹਰਬਾਨੀ ਵਾਲਾ ਸੁਭਾਅ, ਉਹਦਾ ਭੋਲਾਪਣ, ਚਲਾਕੀ ਤੋਂ ਰਹਿਤ, ਦੂਸਰੇ ਪਾਸੇ ਭਗਤ ਜਨ ਜਿਹੜੇ ਸਾਧੂ ਲੋਕ ਹਮੇਸ਼ਾ ਨਾਮ ਜਪਣ ਵਾਲੇ ਤਿਆਰ ਬਰ ਤਿਆਰ ਰਹਿੰਦੇ ਹਨ ਕਿ ਸਾਨੂੰ ਸੇਵਾ ਦਾ ਮੌਕਾ ਕਦੋਂ ਮਿਲਦਾ ਹੈ, ਅਸੀਂ ਕਦੋਂ ਸੇਵਾ ਕਰ ਸਕਦੇ ਹਾਂ। ਤੀਜੇ ਜਿਹੜੇ ਮਨਮੁਖ ਲੋਕ ਹਨ, ਜਿਨ੍ਹਾਂ ਦਾ ਧਰਮ ਅਮਾਨ ਇੰਨਾ ਡਿੱਗ ਚੁੱਕਿਆ ਹੈ ਕਿ ਉਹ ਲੋੜਵੰਦਾਂ ਉੱਤੇ, ਗਰੀਬਾਂ ਉੱਤੇ, ਮਜ਼ਲੂਮਾਂ ਉੱਤੇ ਦਾੜੀ ਖਿੱਚਦੇ ਹਨ, ਮੱਥੇ ਦੇ ਤਿਉੜੀਆਂ ਪਾਉਂਦੇ ਹਨ ਆਪਣਾ ਗੁੱਸਾ ਦਰਸਾਉਣ ਦੇ ਲਈ, ਅਤੇ ਉਹਨਾਂ ਗਰੀਬੀ ਦੇ ਮਾਰੇ ਹੋਏ ਲੋਕਾਂ ਦੇ ਢਿੱਡ ਦੇ ਵਿੱਚੋਂ ਹਾਏ ਨਿਕਲਦੀ ਹੈ ਕਿ ਤੁਹਾਡਾ ਕਦੇ ਭਲਾ ਨਾ ਹੋਵੇ। ਇਹ ਇੱਕ ਸ਼ੇਖੀ ਖੋਰਿਆਂ ਦੀ ਗੱਲ ਸੱਚੇ ਪਾਤਸ਼ਾਹ ਨੇ ਇਹਨਾਂ ਨਿੰਦਕਾਂ, ਇਹਨਾਂ ਚੁਗਲਾਂ ਦੀ ਗੱਲ ਸੁਖਮਨੀ ਸਾਹਿਬ ਦੇ ਵਿੱਚ ਕੀਤੀ ਹੈ। ਨਾਲ ਹੀ ਭਲੀ ਭਾਂਤ ਇਹ ਸਮਝਾਇਆ ਹੈ ਕਿ ਪ੍ਰਭੂ ਦੇ ਪਿਆਰਿਆਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਕਦੇ ਵੀ ਸ਼ਾਂਤੀ ਦੀ ਨੀਂਦ ਨਹੀਂ ਸੌਂਦੇ। ਉਹਨਾਂ ਦੀ ਈਗੋ ਉਹਨਾਂ ਨੂੰ ਐਡੀ ਬੜੀ ਸਜ਼ਾ ਦੇ ਦਿੰਦੀ ਹੈ ਕਿ ਨਾ ਉਹ ਇੱਧਰ ਦੇ ਰਹਿੰਦੇ ਹਨ ਅਤੇ ਨਾ ਉੱਧਰ ਦੇ। ਸਿਰਫ ਭਟਕਣ ਦੇ ਲਈ ਉਹਨਾਂ ਨੂੰ ਜਨਮ ਮਿਲਿਆ ਸੀ, ਜਨਮ ਭੋਗ ਲਿਆ ਅਤੇ ਫਿਰ ਮੁੜ ਕੇ ਉੱਥੇ ਦੀ ਉੱਥੇ ਆ ਗਏ। ਨਾ ਪ੍ਰਾਪਤੀ ਕੀਤੀ ਅਤੇ ਗਵਾ ਬਹੁਤਾ ਲੈ ਲਿਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਬੇਸ਼ੱਕ ਕੋਈ ਜਨਮਦਾ, ਕੋਈ ਮਰਦਾ ਨਹੀਂ ਹੈ, ਸਾਰਾ ਕੁਝ ਤੂੰ ਆਪ ਹੀ ਕਰਦਾ ਹੈ। ਪ੍ਰੀਤਮ ਪਿਆਰੇ, ਆਉਣ ਜਾਣ ਦੀ ਵੀ ਤੇਰੀ ਖੇਡ ਹੈ, ਦੇਖਣ ਵਾਲੀ ਜਾਂ ਸੁਣਨ ਵਾਲੀ ਵੀ ਤੇਰੀ ਲੀਲਾ ਹੈ। ਇਹ ਵੀ ਨਿਰੰਕਾਰ ਸਹੀ ਹੈ ਕਿ ਮਾਇਆ ਤੈਨੂੰ ਸਲੂਟਾਂ ਮਾਰਦੀ ਹੈ। ਇਕੱਲੀ ਮਾਇਆ ਨਹੀਂ, ਸਾਰੀ ਸ੍ਰਿਸ਼ਟੀ, ਸਾਰੀ ਕ੍ਰੀਏਸ਼ਨ ਤੈਨੂੰ ਹਮੇਸ਼ਾ ਯਾਦ ਕਰਦੀ ਹੈ। ਤੇਰੀ ਮਿਹਰ ਦੇ ਥੱਲੇ ਹੀ ਉਹਦਾ ਜੀਵਨ ਚੱਲਦਾ ਹੈ। ਤੈਂ ਬੇਸ਼ੁਮਾਰ ਯੁਕਤਾਂ ਦੇ ਨਾਲ ਸੰਸਾਰ ਨੂੰ ਉੱਚਾ ਚੁੱਕਿਆ ਹੈ, ਇਨਸਾਨ ਨੂੰ ਇਸ ਅਵਸਥਾ ਦੇ ਵਿੱਚ ਲੈ ਕੇ ਆਉਂਦਾ ਹੈ ਜਿੱਥੇ ਉਹ ਤੇਰਾ ਸ਼ੁਕਰਾਨਾ ਕਰਨਾ ਥੱਕਦਾ ਹੀ ਨਹੀਂ। ਤੈਂ ਬ੍ਰਹਿਮੰਡ ਬਣਾਏ ਅਤੇ ਉਹਨਾਂ ਦੇ ਪੰਧ ਚਲਾਏ। ਤੇਰੀ ਬਹੁਤ ਕਿਰਪਾ ਹੈ ਪ੍ਰੀਤਮ ਪਿਆਰੇ। ਆਲਖ ਭੇਵ ਪੁਰਖ ਪ੍ਰਤਾਪ, ਹਰ ਕਿਸੇ ਨੂੰ ਤੈਂ ਤੇਜ ਦਿੱਤਾ, ਪ੍ਰਤਾਪ ਦਿੱਤਾ,
ਪਰ ਵਿਰਲੇ ਰਹਿ ਜਾਂਦੇ ਨੇ, ਬਹੁਤ ਸਾਰੇ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਪਰਮੇਸ਼ਰ ਵਿਆਪਕ ਹੈ, ਸਾਰੇ ਪਾਸੇ ਹੈ, ਸਾਰਾ ਕੁਝ ਉਹਦਾ ਹੀ ਹੈ। ਉਹ ਨਕਲੀ ਮਾਲਕਾਂ ਦੇ ਕੋਲ ਗੇੜੇ ਕੱਢਦੇ, ਉਹਨਾਂ ਨੂੰ ਪ੍ਰਸੰਨ ਕਰਦੇ, ਜੀਵਨ ਲਗਾ ਦਿੰਦੇ ਹਨ, ਅਤੇ ਉਹਨਾਂ ਨੂੰ ਵੀ ਲੇਟ ਪਤਾ ਲੱਗਦਾ ਹੈ। ਦੈਨ ਦੇ ਕਹਿਣਾ ਡੂ ਐਨੀਥਿੰਗ। ਉਸ ਵੇਲੇ ਪ੍ਰੀਤਮ ਪਿਆਰਾ ਉਹਨਾਂ ਦੀ ਬੇਸਮਝੀ ਦੇ ਉੱਤੇ ਹੱਸਦਾ ਹੈ ਕਿ ਮੂਰਖੋ, ਇਦੋਂ ਵੱਧ ਮੈਂ ਹੋਰ ਕੀ ਕਰ ਸਕਦਾ ਸੀ। ਮੈਂ ਤੁਹਾਨੂੰ ਜਪਜੀ ਦਿੱਤਾ, ਮੈਂ ਤੁਹਾਨੂੰ ਜਾਪ ਸਾਹਿਬ ਦਿੱਤਾ, ਸਵਈਏ ਦਿੱਤੇ, ਚੁਪਈ ਦਿੱਤੀ, ਤੁਸੀਂ ਪੜ੍ਹਿਆ ਨਹੀਂ, ਤੁਸੀਂ ਗਵਾ ਕੇ ਟਾਈਮ ਆਪਣਾ ਮੇਰੇ ਹਿਰਦੇ ਨੂੰ ਪਰੇਸ਼ਾਨ ਕੀਤਾ। ਗੁਰੂ ਸਾਹਿਬਾਨ ਹਮੇਸ਼ਾ ਹੀ ਬੇਅੰਤ ਹਨ, ਮਿਹਰਬਾਨ ਹਨ, ਕਿਰਪਾਲੂ ਹਨ, ਦਿਆਲੂ ਹਨ। ਉਹਨਾਂ ਦੀ ਕਹੀ ਹੋਈ ਗੱਲ ਸਿੱਖ ਦੀ ਜਿੰਦ ਜਾਨ ਦਾ ਮੁੱਲ ਪਾਉਣ ਤੱਕ ਹੋਣਾ ਚਾਹੀਦਾ ਹੈ, ਜਿਹੜਾ ਕਿ ਨਹੀਂ ਹੋ ਰਿਹਾ। ਸਿਫਤ ਸਲਾਹ ਮੁੱਕਦੀ ਜਾਂਦੀ ਹੈ, ਸਵਾਰਥ ਮੂਹਰੇ ਆਉਂਦਾ ਜਾਂਦਾ ਹੈ। ਇਹ ਹੱਲ ਤਦ ਹੀ ਹੋਣੇ ਹਨ ਜਦੋਂ ਸੇਵਕ ਦੇ ਦਿਲ ਦੇ ਵਿੱਚ ਰੀਝ ਜਾਗ ਪਵੇ, ਅਤੇ ਨਾਲ ਹੀ ਉਹਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਆਪ ਨਹੀਂ ਉਹਨੂੰ ਧਿਆ ਸਕਦਾ, ਮੇਰੇ ਉੱਤੇ ਉਹਦੀ ਕਿਰਪਾ ਹੋ ਜਾਵੇ, ਮੈਨੂੰ ਉਹ ਭਾ ਜਾਵੇ, ਫਿਰ ਮੈਂ ਪਿੱਛੇ ਨਹੀਂ ਹਟਾਂਗਾ, ਸਾਰਾ ਜੀਵਨ ਕੁਰਬਾਨ ਕਰ ਦੇਵਾਂਗਾ। ਐਸਾ ਸਤਿਗੁਰ ਜੇ ਮਿਲੇ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਹੜਾ ਮੁਕਾਬਲਾ ਕਰਨ ਵਾਲਾ ਮਾਦਾ ਵਿੱਚ ਬੈਠਾ, ਬਹਾਨੇ ਨਾਲ ਪ੍ਰਭੂ ਨਾਲ ਟੱਕਰ ਲੈਂਦਾ, ਉਹਨੂੰ ਸਾਫ਼ ਇਨਸਾਨ ਦੱਸ ਸਕਦਾ ਕਿ ਮਾਇਆ ਦੇਵੀ ਮੈਂ ਹੁਣ ਤੇਰਾ ਦਾਸ ਨਹੀਂ ਰਿਹਾ। ਮੈਂ ਨੌਕਰੀ ਕਰ ਲਈ ਹੈ ਕਰਤਾਰਪੁਰ ਵਾਲੇ ਵਾਸੀ ਦੇ ਨਾਲ, ਹਮੇਸ਼ਾ ਦੀ ਨੌਕਰੀ ਮੇਰੀ ਪੱਕੀ। ਹਾਂ ਤੂੰ ਦੱਸ, ਤੇਰੀ ਕੋਈ ਸੇਵਾ ਮੈਂ ਕਰ ਸਕਾਂ। ਅਤੇ ਮਾਇਆ ਦਾ ਜਵਾਬ ਜਦੋਂ ਪ੍ਰਾਣੀ ਸੁਣਦਾ ਹੈ, ਫਿਰ ਵੀ ਮਾਇਆ ਕਹਿੰਦੀ ਹੈ ਕਿ ਮੈਂ ਤੇਰੇ ਅੱਗੇ ਫੁੱਲ ਵਿਛਾ ਦਿੰਦੀ ਹਾਂ, ਭਗਤੀ ਚੰਗੇ ਤਰੀਕੇ ਨਾਲ ਕਰ ਸਕਦਾ, ਮੈਨੂੰ ਤੇਰੇ ਫੁੱਲਾਂ ਦੀ ਲੋੜ ਨਹੀਂ, ਕਿਸੇ ਹੋਰ ਨੂੰ ਦੇ ਦੇ ਜਿਹੜਾ ਤੇਰੇ ਚਹੇਤੇ ਹਨ। ਮੈਂ ਤਾਂ ਇਹ ਗਰੀਬੀ ਦੇ ਵਿੱਚੋਂ ਪ੍ਰਭੂ ਦੀ ਰੌਸ਼ਨੀ ਪ੍ਰਾਪਤ ਕਰ ਰਿਹਾ, ਪ੍ਰਭੂ ਦੀ ਹੋਂਦ ਮੈਨੂੰ ਇਹਦੇ ਵਿੱਚੋਂ ਹਾਜ਼ਰ ਨਾਜ਼ਰ ਲੱਭ ਰਹੀ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਤਾਂ ਧੰਨ ਸੁਖਮਨੀ ਸਾਹਿਬ ਦੇ ਵਿੱਚ ਪ੍ਰਭੂ ਦਾ ਵਿਰਾਟ ਰੂਪ ਦਰਸਾਇਆ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।